ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ। ਉਮੀਦ ਕਰਦਾ ਸਾਰੇ ਠੀਕ ਹੋਵੋਗੇ। ਸਮਾਂ ਨਾ ਬਰਬਾਦ ਕਰਦੇ ਹੋਏ ਤੁਹਾਨੂੰ ਮੈਂ ਸਾਇੰਸ ਦੇ ਮਹੱਤਵਪੂਰਨ MCQ ਕਰਵਾਉਣਾ ਜ਼ਿਆਦਾ ਨਹੀਂ, ਸਿਰਫ ਬੇਸਿਕ। ਠੀਕ ਹੈ, ਸਾਰੇ ਬੱਚਿਆਂ ਨੇ ਧਿਆਨ ਨਾਲ ਲੈਕਚਰ ਲਾਉਣਾਗਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਅਤੇ ਆਪਣੇ ਚੈਨਲ ਸਬਸਕ੍ਰਾਈਬ ਕਰ ਦਿਓ। ਇਹਦੇ ਵਿੱਚ ਤੁਹਾਨੂੰ ਪੇਪਰ ਦੇ ਵਿੱਚ ਪੱਕਾ ਆਪਰੇਸ਼ਨ ਮਿਲੂਗਾ। ਦੇਖੋ ਜੀ, ਮਨੁੱਖ ਦਾ ਦਿਲ ਕੀ ਹੈ? ਇੱਕ ਕਹਿੰਦੇ ਨਿਊਰੋਜੋਨਿਕ ਤਾਂ ਹੋ ਨਹੀਂ ਸਕਦਾ ਕਿਉਂਕਿ ਇਹਦਾ ਦਿਮਾਗ ਹੁੰਦਾ ਗਾ। ਤਾਂ ਜਿਹੜਾ ਮਨੁੱਖ ਦਾ ਦਿਲ ਆ ਭਾਈ, ਇਹ ਹੁੰਦਾ ਮਾਈਓਜੈਨਿਕ। ਜੇ ਪੁੱਛਣਾ ਮਨੁੱਖ ਦਾ ਦਿਲ ਕੀ ਹੈ, ਮਨੁੱਖ ਦਾ ਦਿਲ ਹੈਗਾ ਮਾਈਓਜੈਨਿਕ। B ਨੰਬਰ ਆਪਸ਼ਨ ਇਹਦਾ ਬਿਲਕੁਲ ਸਹੀ ਆਨਸਰ ਹੈਗਾ। ਦੇਖੋ, ਆਪਾਂ ਕਾਲੀ ਕਰਾਂਗੇ, ਬਾਹਲਾ ਟਾਈਮ ਨਹੀਂ ਬਰਬਾਦ ਕਰਦੇ। ਇਸ ਤੋਂ ਬਾਅਦ ਸ਼ੁਕਰਾਣੂ ਦਾ ਅਧਿਐਨ ਕੀਤਾ ਜਾਂਦਾ। ਸ਼ੁਕਰਾਣੂ ਉਹ ਹੁੰਦਾ ਕਿ ਜਦੋਂ ਮਨੁੱਖ ਦੇ ਵਿੱਚ ਸੈਕਸ਼ੂਅਲ ਐਕਟੀਵਿਟੀ ਹੁੰਦੀ ਹੈ, ਉਸ ਤੋਂ ਬਾਅਦ ਜਦੋਂ ਔਰਤ ਦੇ ਵਿੱਚ ਜਾ ਕੇ ਬੱਚੇ ਦਾ ਜਨਮ ਹੁੰਦਾ, ਠੀਕ ਹੈ, ਕਹਿੰਦੇ ਉਹ ਚੀਜ਼ ਇਹਨਾਂ ਦੇ ਨਾਲ ਕਿਸ ਚੀਜ਼ ਨਾਲ ਸੰਬੰਧਿਤ ਹੈਗੀ? ਤਾਂ ਇਹ ਹੈਗੀ ਆ ਭਾਈ ਸੰਬੰਧਿਤ ਆਪਣੇ ਬੀਜ ਨਾਲ। A ਨੰਬਰ ਆਪਸ਼ਨ, ਠੀਕ ਹੈ ਜੀ। ਇਸ ਤੋਂ ਬਾਅਦ ਅਗਲਾ, ਜੋ ਜੀਵ ਵਿਗਿਆਨ ਦੇ ਪਿਤਾ ਵਜੋਂ ਜਾਣੇ ਜਾਂਦੇ ਹਨ। ਜੀਵ ਵਿਗਿਆਨ ਦੇ ਪਿਤਾ ਕਿਸ ਨੂੰ ਕਿਹਾ ਜਾਂਦਾ? ਅਰਸਤੂ ਨੂੰ ਜੀਵ ਵਿਗਿਆਨ ਦਾ ਪਿਤਾ ਕਿਹਾ ਜਾਂਦਾ। ਵੈਰੀ ਵੈਰੀ ਇੰਪੋਰਟੈਂਟ। ਲਾਲ ਲਹੂ ਤੇ ਸੈੱਲਾਂ ਤੋਂ ਰਹਿਤ ਕਿਹੜਾ ਹੁੰਦਾ ਹੈ? ਜਿਹਦੇ ਵਿੱਚ ਕਹਿੰਦੇ RBC ਰੈੱਡ ਬਲੱਡ ਸੈੱਲ ਨਹੀਂ ਹੁੰਦੇ। ਇਹਦੇ ਲੈਕਚਰ ਲੱਗੇ ਹੋਏ ਸਾਇੰਸ ਦੇ, ਠੀਕ ਹੈ। RBC ਖੂਨ ਦੇ ਸੈੱਲਾਂ ਤੋਂ ਰਹਿਤ ਜਾਨਵਰ ਕਿਹੜਾ ਹੁੰਦਾ ਗਾ? ਤਾਂ ਇਹ ਹੁੰਦਾ ਭਾਈ ਧਰਤੀ ਦੇ ਕੀੜੇ। ਇਹਨਾਂ ਦੇ ਵਿੱਚ ਖੂਨ ਨਹੀਂ ਹੁੰਦਾ, RBC ਨਹੀਂ ਹੁੰਦਾ ਇਹਨਾਂ ਦੇ ਵਿੱਚ। ਇਸ ਤੋਂ ਬਾਅਦ ਅਗਲਾ, ਫਰੋਮ ਦਾ ਫੋਲੋਇੰਗ ਪੇਅਰ ਫਰੋਮ ਵਿੱਚ ਵਨ ਵਿੱਚ ਆਫ ਦਾ ਕਰੈਕਟਲੀ ਮੈਚ। ਇਹਨਾਂ ਵਿੱਚੋਂ ਕਿਹੜਾ ਕਹਿੰਦੇ ਸਹੀ ਮੈਚ ਕਰ ਰਿਹਾ ਹੈਗਾ? ਠੀਕ ਹੈ, ਸਕਰਵੀ ਦਾ ਥਾਇਮੀ ਨਾਲ ਸੰਬੰਧ ਹੈ, ਨੋ। ਟਿਊਬ ਦਾ ATCS ਨਾਲ, ਮਲੇਰੀਆ ਦਾ BCG, ਠੀਕ ਹੈ, ਟੈਟਨਸ ਵਾਸਤੇ ਲੱਗਦਾ, ਅਤੇ D ਮਲੇਰੀਆ ਕਲੋਨੀ ਨਾਲ, ਠੀਕ ਹੈ। ਤਾਂ ਇਹ ਆਪਾਂ ਪੰਜਾਬੀ 'ਚ ਵੀ ਦੇਖ ਲੈਂਦੇ ਜੇ ਹੋਇਆ ਤਾਂ, ਨਹੀਂ ਪੰਜਾਬੀ 'ਚ ਹੈ ਨਹੀਂ ਇਹ। ਤਾਂ ਇਹਨਾਂ ਦੇ ਵਿੱਚੋਂ ਜਿਹੜਾ ਸਹੀ ਮੈਚ ਕਰ ਰਿਹਾ ਹੈਗਾ, ਉਹ ਮੈਚ ਕਰ ਰਿਹਾ ਭਾਈ ਮਲੇਰੀਆ। ਕਾਹਦੇ ਵਾਸਤੇ ਜ਼ਰੂਰੀ ਹੁੰਦਾ ਗਾ? ਕਲੋਰੋਕੁਈਨ ਮਲੇਰੀਆ ਦਾ ਇਲਾਜ ਹੈ। 1 ਗ੍ਰਾਮ ਗਲੂਕੋਜ਼ ਦੇ ਵਿੱਚ ਕਿੰਨੀ ਐਨਰਜੀ ਹੁੰਦੀ ਹੈ? 1 ਗ੍ਰਾਮ ਗਲੂਕੋਜ਼ ਦੇ ਵਿੱਚ ਭਾਈ ਹੁੰਦੀ ਹੈ 4 KCl ਐਨਰਜੀ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। 1 ਗ੍ਰਾਮ ਦੇ ਵਿੱਚ ਚੈਂਬਰਡ ਹਾਰਟ ਔਕਸ, ਕਹਿੰਦੇ ਇਹਨਾਂ ਵਿੱਚ ਜਿਹੜੇ ਚੈਂਬਰ ਖਾਨੇ ਹੁੰਦੇ ਆ, ਕਿਸ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦੇ ਆ ਜਾਂ ਕਿਸ ਦੇ ਵਿੱਚ ਹੁੰਦੇ ਖਾਨੇ? ਤਾਂ ਕੋਕਟੇਲ ਹੁੰਦਾ। ਕੋਕਰੋਚ ਦੇ ਵਿੱਚ ਸਭ ਤੋਂ ਜ਼ਿਆਦਾ ਖਾਨੇ ਹੁੰਦੇ ਹੈਗੇ, ਠੀਕ ਹੈ ਜੀ। ਆਪਣੇ ਦਿਲ ਦੇ ਵਿੱਚ, ਇਹ ਦਿਲ ਦੇ ਵਿੱਚ 8 ਖਾਨੇ ਹੁੰਦੇ ਆ, ਠੀਕ ਹੈ। ਆਪਣੇ ਮਨੁੱਖ ਦੇ ਵਿੱਚ 4 ਹੁੰਦੇ, ਇਹਦੇ ਵਿੱਚ 8 ਹੁੰਦੇ। ਇਹ ਗੱਲ ਯਾਦ ਰੱਖਣੀ ਹੈ। ਦਿਲ ਦੇ ਵਿੱਚ ਡੈਸ਼ ਦੇ ਜ਼ਿਆਦਾ ਸੇਵਨ ਦੇ ਨਾਲ ਹੱਡੀਆਂ ਖਰਾਬ ਹੋ ਜਾਂਦੀਆਂ ਹਨ। ਫਲੋਰੀਨ, ਜੇ ਕੋਈ ਬੰਦਾ ਫਲੋਰੀਨ ਦਾ ਜ਼ਿਆਦਾ ਸੇਵਨ ਕਰਨ ਲੱਗ ਜਾਂਦਾ ਤਾਂ ਉਹਦੀਆਂ ਹੱਡੀਆਂ ਖਰਾਬ ਹੋਣ ਲੱਗ ਜਾਂਦੀਆਂ ਹਨ। ਇਸ ਤੋਂ ਬਾਅਦ ਨੇਮ ਆਫ ਦਾ ਬਲੱਡ ਸੈੱਲ ਵਿੱਚ ਨਿਊਕਲੀਅਸ ਇਨ ਐਬਸੈਂਟ, ਕਹਿੰਦੇ ਉਹਨਾਂ ਦੇ ਵਿੱਚੋਂ ਕਿਹੜਾ ਬਲੱਡ ਸੈੱਲ ਹੈ ਜਿਹੜਾ ਨਿਊਕਲੀਅਸ ਦੇ ਵਿੱਚ ਐਬਸੈਂਟ ਹੁੰਦਾ ਗਾ? ਠੀਕ ਹੈ, ਜਿਹਦੇ ਵਿੱਚ ਨਿਊਕਲੀਅਸ ਐਬਸੈਂਟ ਹੁੰਦਾ ਗਾ। ਬਲੱਡ ਪਲੇਟਲੇਟਸ ਦੇ ਵਿੱਚ ਨਿਊਕਲੀਅਸ ਨਹੀਂ ਹੁੰਦਾ ਬੱਚੋ, ਨਿਊਕਲੀਅਸ ਇਕੱਲਾ WBC ਦੇ ਵਿੱਚ ਹੁੰਦਾ। ਇਹਦਾ ਲੈਕਚਰ ਲੱਗਿਆ ਹੋਇਆ ਤੁਹਾਡਾ। ਇਸ ਤੋਂ ਬਾਅਦ ਬੀਜ਼ਲ ਦਾ ਮੇਜਰ ਵਾਟਰ ਕੰਡਕਟਿੰਗ ਸੈੱਲ, ਕਹਿੰਦੇ ਜਿਹੜੇ ਆਪਣੇ ਸਰੀਰ ਦੇ ਵਿੱਚ ਪਾਣੀ ਨੂੰ ਸਭ ਤੋਂ ਜ਼ਿਆਦਾ ਕੰਡਕਟ ਕਰਦੇ ਆ, ਉਹ ਸੈੱਲਾਂ ਦਾ ਕੀ ਨਾਮ ਹੈਗਾ? ਤਾਂ ਉਹ ਸੈੱਲਾਂ ਨੂੰ ਆਪਾਂ ਕਹਿੰਦੇ ਆ ਭਾਈ ਆਪਣਾ A ਨੰਬਰ ਆਪਸ਼ਨ। B ਨੰਬਰ ਆਪਸ਼ਨ ਐਂਜੀਓਸਪਰਮ, ਠੀਕ ਹੈ। ਐਂਜੀਓਸਪਰਮ ਹੁੰਦਾ ਜਿਹੜੇ ਆਪਣੇ ਸਰੀਰ ਦੇ ਵਿੱਚ ਪਾਣੀ ਨੂੰ ਇਕੱਠਾ ਕਰਕੇ ਰੱਖਦੇ ਆ। ਹਾਰਡੈਸਟ ਪਾਰਟ ਆਫ ਦਾ ਬੋਡੀ, ਕਹਿੰਦੇ ਆਪਣੀ ਬੋਡੀ ਦਾ ਸਭ ਤੋਂ ਮਤਲਬ ਸ਼ਕਤ ਪਾਰਟ ਕਿਹੜਾ? ਤਾਂ ਉਹ ਹੈਗੀ ਆਪਣੀ ਖੋਪੜੀ। ਟੈਂਪਰਲ ਬਣਾਉਣ ਟੂਥ ਹੋਊਗਾ, ਹਾਂ ਟੁੱਥ। ਆਪਣੇ ਦੰਦ ਹੁੰਦੇ ਜਿਹੜੇ ਸਰੀਰ ਦੇ ਵਿੱਚ ਸਭ ਤੋਂ ਸ਼ਕਤ ਮਤਲਬ ਚੀਜ਼ ਨੇ ਇੱਕ ਤਰ੍ਹਾਂ ਦੇ, ਠੀਕ ਹੈ। ਅਤੇ ਇਹ ਗੱਲ ਯਾਦ ਰੱਖਣੀ ਹੈ। ਦਾ ਆਊਟਰ ਮੈਂਬਰਸ ਐਂਡ ਕਵਰ ਦਾ ਬ੍ਰੇਨ, ਕਹਿੰਦੇ ਜਿਹੜੇ ਆਪਣੇ ਕਵਰ ਨੂੰ ਬ੍ਰੇਨ ਕਰਕੇ ਰੱਖਦੀ ਹੈ ਝਿੱਲੀ। ਮੈਂਬਰਸ ਮੈਨੇ ਹੁੰਦਾ ਝਿੱਲੀ, ਜਿਹੜੇ ਆਪਣੇ ਦਿਮਾਗ ਨੂੰ ਕਵਰ ਕਰਕੇ ਰੱਖਦੀ ਹੈ, ਉਹ ਝਿੱਲੀ ਨੂੰ ਕੀ ਕਹਿੰਦੇ ਹਨ? ਤਾਂ ਉਹ ਝਿੱਲੀ ਨੂੰ ਕਿਹਾ ਜਾਂਦਾ ਭਾਈ B ਨੰਬਰ ਆਪਸ਼ਨ ਡਿਊਰਾ ਮੈਟਰ। ਵੈਰੀ ਵੈਰੀ ਇੰਪੋਰਟੈਂਟ। ਦਾ ਸਟੱਡੀ ਆਫ ਸੈੱਲ, ਜਿਹੜੇ ਕੋਈ ਬੰਦਾ ਸੈੱਲ ਆਪਣੀ ਬੋਡੀ ਦਾ ਸਭ ਤੋਂ ਛੋਟਾ ਪਾਰਟ ਸੈੱਲ ਆ। ਬਹੁਤ ਸਾਰੇ ਸੈੱਲਾਂ ਤੋਂ ਮਿਲ ਕੇ ਆਪਣੀ ਬੋਡੀ ਬਣਦੀ ਹੈ, ਠੀਕ ਹੈ। ਤਾਂ ਜਿਹੜੇ ਸੈੱਲਾਂ ਦੀ ਸਟੱਡੀ ਹੁੰਦੀ ਉਹਨੂੰ ਆਪਾਂ ਕੀ ਕਹਿੰਦੇ? ਆਪਾਂ ਸਾਈਟੋਲੋਜੀ ਵੀ ਕਹਿੰਦੇ, ਇਹਨੂੰ ਸੈੱਲ ਬਾਇਓਲੋਜੀ ਵੀ ਕਹਿੰਦੇ। ਤਾਂ ਇਹਦਾ ਆਨਸਰ D ਤੇ B ਤੇ C ਆ ਜਾਊਗਾ, ਠੀਕ ਹੈ। ਮੇਰਾ ਫੇਵਰੇਟ ਸਬਜੈਕਟ ਹੈ, ਮੇਰੇ ਕੋਲ ਹੁੰਦਾ ਸੀ ਭਾਈ 12ਵੀਂ ਦੇ ਵਿੱਚ ਇਹ ਬਾਇਓਲੋਜੀ, ਠੀਕ ਹੈ। ਟੈਨਸ਼ਨ ਨਾ ਲਓ, ਚੰਗੀ ਤਰ੍ਹਾਂ ਪੜ੍ਹਾਊਂਗਾ ਤੁਹਾਨੂੰ ਮੈਂ। ਬਟੋਨੀ ਜਾਂ ਆਲਸੋ ਨੋਨ ਐਸ ਕਾਹਦੇ ਸੰਬੰਧਿਤ ਹੈ? ਇਹ ਹੈਗੀ ਆਪਣੀ ਆਪਣੇ ਪੈਥੋਲੋਜੀ, ਠੀਕ ਹੈ। A ਨੰਬਰ ਆਪਸ਼ਨ ਨਾਲ ਸੰਬੰਧਿਤ ਹੈ ਬਟੋਨੀ। ਬਰਸਾਤ ਦੇ ਮੌਸਮ ਦੇ ਵਿੱਚ ਲੱਕੜ ਦੇ ਦਰਵਾਜ਼ੇ ਖੁੱਲ੍ਹਣ ਤੋਂ ਬੰਦ ਹੋ ਜਾਂਦੇ ਆ। ਜਿਹੜਾ ਆਪਾਂ ਬਰਸਾਤ ਦੇ ਦਰਵਾਜ਼ਿਆਂ ਦੇ ਵਿੱਚ ਜਦੋਂ ਆਪਾਂ ਆਪਣੇ ਤਖਤੇ, ਠੀਕ ਹੈ, ਬਾਰੀਆਂ ਡਾਉਂਦੇ ਆ ਤਾਂ ਫੁੱਲ ਜਾਂਦੀਆਂ। ਕਾਹਦੇ ਕਰਕੇ ਫੁੱਲ ਜਾਂਦੀਆਂ? ਉਹ ਫੁੱਲ ਜਾਂਦੀਆਂ ਬਈ ਆਪਣੇ ਇੰਬੀਬੀਸ਼ਨ ਕਰਕੇ। ਤਾਂ A ਨੰਬਰ ਆਪਸ਼ਨ ਦਾ ਬਿਲਕੁਲ ਸਹੀ ਆਨਸਰ ਹੈਗਾ।
ਬਟ ਇਹਦਾ ਪੀਐਚ ਵੈਲਿਊ ਆਫ ਹਿਊਮਨ ਬਲੱਡ ਇਹ ਆਪਰੇਸ਼ਨ ਆਉਣ ਦਾ 101% ਚਾਂਸ ਅੱਜ ਪੇਪਰ ਦੇ ਵਿੱਚ ਕਿਸੇ ਮਰਜ਼ੀ ਸ਼ਿਫਟ ਜਾ ਸਕਦਾ। ਦੇਖੋ ਆਪਣੇ ਜਿਹੜੇ ਖੂਨ ਦਾ ਪੀਐਚ ਮਾਨ ਹੁੰਦਾ ਉਹ ਹੁੰਦਾ 7.40। ਓਕੇ, ਇਹ ਗੱਲ ਯਾਦ ਰੱਖਣੀ ਹੈ। ਦੁਰਲਭ ਦਾ ਮਤਲਬ ਕਹਿਣਾ ਮਤਲਬ ਕਿ ਜਿਹੜਾ ਸਭ ਤੋਂ ਘੱਟ ਬਲੱਡ ਗਰੁੱਪ ਮਿਲਦਾ ਉਹ ਕਿਹੜਾ ਹੈਗਾ, ਤਾਂ ਜਿਹੜਾ ਸਭ ਤੋਂ ਘੱਟ ਮਿਲਦਾ ਹੈਗਾ ਉਹ ਹੈਗਾ AB ਨੈਗੇਟਿਵ। ਇਹ ਸਭ ਤੋਂ ਘੱਟ ਮਿਲਦਾ ਹੈਗਾ, ਇਹ ਗੱਲ ਯਾਦ ਰੱਖਣੀ ਹੈ। ਹੀਮੋਗਲੋਬਨ ਦੇ ਵਿੱਚ ਕਿਹੜੀ ਧਾਤ ਮੌਜੂਦ ਹੁੰਦੀ ਹੈ, ਤੁਹਾਨੂੰ ਕਰਵਾ ਕੇ ਗਿਆ ਹੋਇਆ ਮੈਂ। ਜਿਹੜੇ ਬੱਚੇ ਨੇ RBC ਵਾਲਾ ਬਲੱਡ ਵਾਲਾ ਲੈਕਚਰ ਨਹੀਂ ਲਾਇਆ ਤਾਂ ਬਲੱਡ ਵਾਲਾ ਲੈਕਚਰ ਲਾ ਲਓ। ਦੇਖੋ ਜਿਹੜਾ ਹੀਮੋਗਲੋਬਨ ਹੈਗਾ, ਹੀਮੋਗਲੋਬਨ ਦਾ ਕਰਕੇ ਖੂਨ RBC ਦਾ ਰੰਗ ਜਿਹੜਾ ਆਪਣੇ ਬਲੱਡ ਦਾ ਰੰਗ ਲਾਲ ਹੁੰਦਾ ਹੈਗਾ। ਅਤੇ ਇਹਦੇ ਵਿੱਚ ਇੱਕ ਧਾਤ ਪਾਈ ਜਾਂਦੀ ਹੈ ਆਇਰਨ। ਜਦੋਂ ਆਪਣੇ ਸਰੀਰ ਦੇ ਵਿੱਚ ਆਇਰਨ ਦੀ ਘਾਟ ਹੋ ਜਾਂਦੀ ਹੈ ਤਾਂ ਮਤਲਬ ਜਦੋਂ ਆਪਣੇ ਸਰੀਰ ਦੇ ਵਿੱਚ ਆਇਰਨ ਦੀ ਘਾਟ ਹੋ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਨੂੰ ਮਤਲਬ ਅਨੀਮੀਆ ਨਾਲ ਦੀ ਬਿਮਾਰੀ ਲੱਗ ਜਾਂਦੀ ਹੈ। ਠੀਕ ਹੈ, ਦੇਖੋ ਔਰਤਾਂ ਦੇ ਵਿੱਚ ਜਦੋਂ ਮਤਲਬ ਮੈਂਸਿਜ ਆਉਂਦੀਆਂ ਗਈਆਂ ਤਾਂ ਉਹਨਾਂ ਦੇ ਵਿੱਚ ਬਲੱਡ ਦੀ ਕਾਫੀ ਕਮੀ ਆ ਜਾਂਦੀ ਹੈ ਔਰਤਾਂ ਦੇ ਵਿੱਚ, ਕੁੜੀਆਂ ਦੇ ਵਿੱਚ। ਠੀਕ ਹੈ, ਤਾਂ ਉਹ ਜ਼ਿਆਦਾ ਪ੍ਰੋਬਲਮ ਕਾਹਦੇ ਕਰਕੇ ਆਉਂਦੀ, ਜੋ ਸਰੀਰ ਦੇ ਵਿੱਚੋਂ ਬਲੱਡ ਨਿਕਲਦਾ। ਜੋ ਸਰੀਰ ਦੇ ਵਿੱਚੋਂ ਬਲੱਡ ਨਿਕਲੂਗਾ ਤਾਂ ਉਹਦੇ ਨਾਲ ਆਇਰਨ ਤਾਂ ਆਟੋਮੈਟਿਕ ਨਿਕਲੂਗਾ। ਆਇਰਨ ਨਿਕਲਣ ਦੇ ਕਾਰਨ ਹੀਮੋਗਲੋਬਨ ਦਾ ਵੀ ਮਤਲਬ ਘਾਟ ਹੋ ਜਾਂਦੀ ਸਰੀਰ ਦੇ ਵਿੱਚ, ਤਾਂ ਕਰਕੇ ਕੁੜੀਆਂ ਦੇ ਵਿੱਚ ਖੂਨ ਦੀ ਘਾਟ ਜ਼ਿਆਦਾ ਪਾਈ ਜਾਂਦੀ ਹੈ। ਠੀਕ ਹੈ, ਤਾਂ ਕਰਕੇ ਕੁੜੀਆਂ ਨੂੰ ਮਤਲਬ ਜਿਹੜੀਆਂ ਹੈਗੀਆਂ ਲੜਕੀਆਂ ਉਹਨਾਂ ਨੂੰ ਹਮੇਸ਼ਾ ਮਤਲਬ ਆਇਰਨ ਦੀਆਂ ਗੋਲੀਆਂ ਲੈਂਦੇ ਰਹਿਣਾ ਚਾਹੀਦਾ, ਜਿਹਦੇ ਕਰਕੇ ਉਹਨੂੰ ਅਨੀਮੀਆ ਨਾਲ ਦੀ ਬਿਮਾਰੀ ਨਹੀਂ ਹੁੰਦੀ। ਠੀਕ ਹੈ ਜੀ, ਇਹ ਗੱਲ ਵੀ ਯਾਦ ਰੱਖਣੀ ਹੈ। ਤਾਂ ਹੀਮੋਗਲੋਬਨ ਦੀ ਕਿਹੜੀ ਧਾਤ ਹੁੰਦੀ ਹੈ, ਆਇਰਨ ਧਾਤ ਹੁੰਦੀ ਹੈ। ਆਇਰਨ ਨੂੰ ਆਪਾਂ ਲੋਹਾ ਵੀ ਕਹਿ ਦਿੰਦੇ ਹਾਂ। ਅਤੇ ਇਹਦੀ ਘਾਟ ਨਾਲ ਹੀ ਅਨੀਮੀਆ ਨਾਲ ਦੀ ਬਿਮਾਰੀ ਹੁੰਦੀ ਹੈ। ਠੀਕ ਹੈ, ਤਾਂ ਆਇਰਨ ਆਊਗਾ ਇਹਦਾ ਆਨਸਰ। ਮੱਛੀਆਂ ਦੀ ਉਮਰ ਕਿਵੇਂ ਜਾਣੀ ਜਾਂਦੀ ਹੈ, ਮੱਛੀਆਂ ਦੀ ਉਮਰ ਜਾਣੀ ਜਾਂਦੀ ਹੈ ਭਾਈ ਡੀ ਨੰਬਰ ਆਪਸ਼ਨ। ਠੀਕ ਹੈ, ਇਹਨਾਂ ਮੱਛੀਆਂ ਦੀ ਉਮਰ ਜਾਣੀ ਜਾਂਦੀ ਹੈ। ਕਲੋਰੋਫਿਲ ਵਿੱਚ ਕਿਹੜੀ ਧਾਤ ਮੌਜੂਦ ਹੁੰਦੀ ਹੈ, ਕਲੋਰੋਫਿਲ ਦੇ ਜਿਹਦੇ ਵਿੱਚ ਮਤਲਬ ਕਲੋਰੋਫਿਲ ਦੀ ਮੌਜੂਦਗੀ ਦੇ ਵਿੱਚ ਹੀ ਪੌਦੇ ਸੂਰਜ ਦੀ ਰੋਸ਼ਨੀ ਨਾਲ ਖਾਣਾ ਬਣਾਉਂਦੇ ਆ, ਤਾਂ ਇਹ ਹੈਗੀ ਮੈਗਨੀਸ਼ੀਅਮ। ਠੀਕ ਹੈ, ਕਲੋਰੋਫਿਲ ਦੇ ਵਿੱਚ ਮੈਗਨੀਸ਼ੀਅਮ ਧਾਤ ਜ਼ਿਆਦਾ ਹੁੰਦੀ ਹੈ, ਬਹੁਤ ਇੰਪੋਰਟੈਂਟ ਆਪਰੇਸ਼ਨ ਹੈ। ਸ਼ਹਿਦ ਦੇ ਵਿੱਚ ਮਹੱਤਵਪੂਰਨ ਖੰਡ ਹੁੰਦੀ ਹੈ, ਉਹਨੂੰ ਕੀ ਕਹਿੰਦੇ ਨੇ, ਸ਼ਹਿਦ ਦੇ ਵਿੱਚ ਸਭ ਤੋਂ ਜ਼ਿਆਦਾ ਮਾਤਰਾ ਵਿੱਚ ਕੀ ਹੁੰਦਾ, ਫਰਕਟੋਸ। ਇਹ ਗੱਲ ਯਾਦ ਰੱਖਣੀ ਹੈ। ਮਨੁੱਖ ਦੇ ਵਿੱਚ ਜੀਨ ਕਿੰਨੇ ਜੀਨ ਹੁੰਦੇ ਆ ਮਨੁੱਖ ਦੇ ਵਿੱਚ, ਤਾਂ ਮਨੁੱਖ ਦੇ ਵਿੱਚ ਭਾਈ 2 ਜੋੜੇ ਜੀਨ ਹੁੰਦੇ, ਮਤਲਬ 12 ਜੋੜੇ 23 ਜੋੜੇ ਕਹਿ ਦਿੰਦੇ ਆਪਾਂ, 23 ਤੋਂ 46 ਹੁੰਦੇ ਆ। ਠੀਕ ਹੈ, 46 ਕ੍ਰੋਮੋਸੋਮ ਹੁੰਦੇ ਆਪਣੇ, ਇਹ ਗੱਲ ਯਾਦ ਰੱਖਣੀ ਹੈ। ਇਹ 24 ਸੌਰੀ ਬੱਚੇ 24 ਹੁੰਦੇ ਆ ਅਤੇ 12 ਜੋੜੇ ਕਹਿ ਦਿੰਦੇ ਇਹਨੂੰ। ਠੀਕ ਹੈ, 12 ਜੋੜੇ ਵੀ ਲਿਖਿਆ ਆ ਸਕਦਾ ਅਤੇ 24 ਜੀਨ ਵੀ ਆ ਸਕਦਾ। ਵਿਟੀਕਲਚਰ ਕਿਸ ਨਾਲ ਸੰਬੰਧਿਤ ਹੈ, ਵਿਟੀਕਲਚਰ ਸੰਬੰਧ ਹੈ ਭਾਈ ਅੰਗੂਰਾਂ ਨਾਲ। ਅੰਗੂਰਾਂ ਦੀ ਖੇਤੀ ਨੂੰ ਵਿਟੀਕਲਚਰ ਕਹਿ ਦਿੰਦੇ ਆਪਾਂ। ਸਿਰਕੇ ਦੇ ਵਿੱਚ ਸਭ ਤੋਂ ਵੱਧ ਕਿਹੜਾ ਐਸਿਡ ਹੁੰਦਾ ਹੈਗਾ, ਸਿਰਕੇ ਦੇ ਵਿੱਚ ਹੁੰਦਾ ਵੀ ਐਸੀਟਿਕ ਐਸਿਡ। ਦਾ ਲੌਂਗੈਸਟ ਐਂਡ ਲਾਰਜੈਸਟ ਬੋਨ ਆਫ ਦਾ ਹਿਊਮਨ ਬੋਡੀ, ਆਪਣੇ ਸਰੀਰ ਦੀ ਸਭ ਤੋਂ ਲੰਬੀ ਅਤੇ ਸਭ ਤੋਂ ਵੱਡੀ ਹੱਡੀ ਕਿਹੜੀ ਹੈ, ਤਾਂ ਭਾਈ ਇਹ ਹੈਗੀ ਹੈ ਫੀਮਰ। ਵੈਰੀ ਵੈਰੀ ਇੰਪੋਰਟੈਂਟ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਫੀਮਰ ਆਪਣੇ ਸਰੀਰ ਦੀ ਸਭ ਤੋਂ ਵੱਡੀ ਹੱਡੀ ਹੈ। ਤਾਂ ਹੁਣ ਭਾਈ ਤੁਹਾਨੂੰ ਮੈਂ ਥੋੜ੍ਹੀਆਂ ਜਿਹੀਆਂ ਚੀਜ਼ਾਂ ਕਰਵਾਉਣ ਲੱਗਿਆ ਬੇਸਿਕ, ਅਤੇ ਧਿਆਨ ਨਾਲ ਸੁਣੀ ਚੱਲੋ ਸਾਰੇ। ਮਨੁੱਖੀ ਸਰੀਰ ਦੇ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ, ਮਨੁੱਖੀ ਸਰੀਰ ਦੇ ਵਿੱਚ ਆਪਣੇ 206 ਹੱਡੀਆਂ ਹੁੰਦੀਆਂ। ਅਤੇ ਜਿਹੜਾ ਨਵਜੰਮਾ ਬੱਚਾ ਹੁੰਦਾ, ਜਿਹੜਾ ਬੱਚਾ ਛੋਟਾ ਹੁੰਦਾ, ਜਦੋਂ ਬੱਚਾ ਜਨਮ ਲੈਂਦਾ ਤਾਂ ਉਹਦੇ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ, ਉਹਦੇ ਵਿੱਚ ਹੁੰਦੀਆਂ 300 ਹੱਡੀਆਂ। ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ ਜੀ, ਉਹਦੇ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹੈਗੀਆਂ, 300 ਹੱਡੀਆਂ ਹੁੰਦੀਆਂ ਨਵਜੰਮੇ ਬੱਚੇ ਦੇ ਵਿੱਚ। ਓਕੇ, ਅਤੇ ਆਪਣੇ ਸਰੀਰ ਦੀ ਸਭ ਤੋਂ ਛੋਟੀ ਹੱਡੀ ਕਿਹੜੀ ਹੈ, ਆਪਣੇ ਸਰੀਰ ਦੀ ਸਭ ਤੋਂ ਛੋਟੀ ਹੱਡੀ ਕਿਹੜੀ ਹੈ, ਆਪਣੀ ਛੋਟੀ ਹੱਡੀ ਹੈਗੀ ਆਪਣੇ ਸਰੀਰ ਦੀ ਸਟੈਪਸ। ਅਤੇ ਸਭ ਤੋਂ ਵੱਡੀ ਹੱਡੀ ਕਿਹੜੀ ਹੈ, ਉਹ ਹੁਣੀ ਕਰਵਾ ਕੇ ਗਿਆ ਮੈਂ ਤੁਹਾਨੂੰ, ਫੀਮਰ ਸਭ ਤੋਂ ਵੱਡੀ ਹੱਡੀ ਹੁੰਦੀ ਹੈ ਆਪਣੇ ਸਰੀਰ ਦੀ। ਠੀਕ ਹੈ ਜੀ, ਇਸ ਤੋਂ ਬਾਅਦ ਆਪਾਂ ਆ ਗਏ ਅਗਲੇ 'ਤੇ। ਇਸ ਤੋਂ ਬਾਅਦ ਤੀਸਰੇ ਸਵਾਲ 'ਤੇ ਆ ਗਏ। ਇਸ ਤੋਂ ਬਾਅਦ ਅਗਲੇ 'ਤੇ ਪਹਿਲਾਂ ਆ ਕਰਵਾਤਾ, ਦੂਸਰਾ ਆ ਕਰਵਾਤਾ, ਹੁਣ ਤੀਸਰੇ ਵਿੱਚ ਆਪਾਂ ਇਹ ਗੱਲ ਕਰਦੇ ਹਾਂ ਕਿ ਜਿਹੜਾ ਆਪਣਾ ਮਨੁੱਖੀ ਸਰੀਰ ਹੁੰਦਾ ਹੈਗਾ, ਠੀਕ ਹੈ, ਇਹਦੇ 'ਚ ਖੋਪੜੀ ਨੂੰ ਕਿੰਨੀਆਂ ਹੱਡੀਆਂ ਕਵਰ ਕਰਦੀਆਂ ਹਨ, ਜਿਹੜੇ ਆਪਣੇ ਮਨੁੱਖੀ ਸਰੀਰ ਦੀਆਂ ਹੱਡੀਆਂ, ਮਨੁੱਖੀ ਆ ਜਿਹੜਾ ਆਪਣਾ ਖੋਪੜੀ ਹੁੰਦੀ ਹੈ, ਉਸ ਨੂੰ ਕਿੰਨੀਆਂ ਹੱਡੀਆਂ ਕਵਰ ਕਰਦੀਆਂ ਹਨ, ਤਾਂ ਆਪਣੇ ਮਨੁੱਖੀ ਖੋਪੜੀ ਹੈ ਭਾਈ ਇਹਨੂੰ 8 ਹੱਡੀਆਂ ਕਵਰ ਕਰਦੀਆਂ। ਇਹ ਗੱਲ ਧਿਆਨ ਰੱਖਣੀ ਹੈ। ਠੀਕ ਹੈ, ਮਨੁੱਖੀ ਸਰੀਰ ਦੇ ਵਿੱਚ ਪਸਲੀਆਂ ਦੇ ਕਿੰਨੇ ਜੋੜੇ ਹੁੰਦੇ ਆ, ਮਨੁੱਖੀ ਸਰੀਰ ਵਿੱਚ ਪਸਲੀਆਂ ਦੇ ਜੋੜੇ ਕਿੰਨੇ ਹੁੰਦੇ ਹਨ, ਇਹ ਬਹੁਤ ਇੰਪੋਰਟੈਂਟ ਆਪਰੇਸ਼ਨ ਹੈ। ਆਪਣੇ ਮਨੁੱਖੀ ਸਰੀਰ ਦੇ ਵਿੱਚ ਪਸਲੀਆਂ ਦੇ ਜੋੜੇ ਕਿੰਨੇ ਹੁੰਦੇ ਆ, ਤਾਂ ਆਪਣੇ ਭਾਈ ਇਹਦੇ 'ਚ ਹੁੰਦੇ ਆ ਪਸਲੀਆਂ ਦੇ ਜੋੜੇ 12। ਠੀਕ ਹੈ, 12 ਜੋੜੇ ਹੁੰਦੇ ਆ। ਜੇ ਉਹ ਪੁੱਛ ਲੈਣ ਕਿੰਨੀਆਂ ਪਸਲੀਆਂ ਹੁੰਦੀਆਂ, 24 ਪਸਲੀਆਂ ਹੁੰਦੀਆਂ। ਜੇ ਜੋੜੇ ਪੁੱਛ ਲੈਣ ਤਾਂ ਇੰਨੇ ਹੁੰਦੇ ਆ। ਠੀਕ ਹੈ, ਸਭ ਤੋਂ ਛੋਟੀ ਹੱਡੀ ਵੀ ਤੁਹਾਨੂੰ ਦੱਸਤੀ, ਸਭ ਤੋਂ ਵੱਡੀ ਹੱਡੀ ਵੀ ਤੁਹਾਨੂੰ ਦੱਸਤੀ ਕਿਹੜੀ ਹੁੰਦੀ ਹੈ। ਠੀਕ ਹੈ, ਅਤੇ ਇਸ ਤੋਂ ਬਾਅਦ ਆਪਾਂ ਇੱਕ ਆਪਰੇਸ਼ਨ ਹੋਰ ਬਹੁਤ ਆਉਂਦਾ ਹੁੰਦਾ, ਟੀਵੀਆ ਨਾਮ ਦੀ ਹੱਡੀ
किस अंग विच पाई जाती है, तो ये पाई जाती है भाई अपने पट्टां दे विच। ठीक है, पट्टां दे विच जिन्हों आपां जांग भी कह दिंदे आ, पट्टां दे विच अपने टीबिया नां दी हड्डी पाई जाती हुंदी है। ये बहुत बहुत इंपॉर्टेंट ऑपरेशन हैगा। ठीक है, तो वड्डी हड्डी भी दसदा, एक तुहानूं दस दिंदा कि दंद ते हड्डियां अपने किहड़ी चीज़ तो बने हुए हुंदे आ। दंद अते हड्डियां किस तत्त तो बने हुए हुंदे हन। ठीक है, बहुत इंपॉर्टेंट ऑपरेशन है भाई। ये बने हुंदे अपने, ये दो चीज़ों तो बन के बने होंगे, एक तो होंगी शायद हाँ एक कैल्शियम होंगी है, एक मैगनीशियम होंगी है। कैल्शियम ते मैगनीशियम तो मिलकर अपन की बनदियां हन, हड्डियां बनदियां। ये गल तुसीं याद रखनी है सारे बच्चों ने। ठीक है जी, इस तो बाद तुहानूं दस्सिया सी कि मनुख के शरीर विच किन्ने दंद दो बार आउंदे है। मनुख के शरीर विच किन्ने दंद दो बार आउंदे हन, तां मनुख के शरीर विच 20 दंद हैगे जिहड़े दो बार आउंदे है। ठीक है, ये गल याद रखनी है। इस तो बाद एक ऑपरेशन बहुत ज़्यादा पूछा जाता पेपर दे विच, वो देख लो ध्यान नाल, कहंदे हड्डियां अते मांसपेशियां नूं किहड़ा कैमीकल जोड़दा है। ठीक है जी, तो हड्डियां ते मांसपेशियां नूं जिहड़ा कैमीकल जोड़दा उहनूं की कहंदे हन। ये दो हुंदे आ भाई। ठीक है, ये दो कैमीकल होंगे, बहुत इंपॉर्टेंट है ये। ठीक है, ये भाई जोड़दा टेंडन। टेंडन नाम का कैमीकल होंगे जो हड्डियां ते मांसपेशियां जोड़ता है। कई बार पुछ लेंगे कि हड्डियां नाल किहड़ा कैमीकल जोड़ता, हड्डियां नाल किहड़ा कैमीकल जोड़ता, उन्होंने आपां कहने लिंगामेंट। ठीक है, जिहड़ा हड्डियां नूं अपणियां मांसपेशियां नाल जोड़ता उन्होंने आपां कहने टेंडन, जिहड़ा हड्डियां नूं हड्डियां नाल जोड़ता है उन्होंने आपां कहने लिंगामेंट। ठीक है, ये गल याद रखनी है। इस तो बाद एक ऑपरेशन होर आया जाता पेपर दे विच, कहंदे दुੱਧ दे विच दुੱਧ नूं पचाउण वास्ते किहड़ा, दुੱਧ नूं हाजम करने वास्ते, ठीक है, दुੱਧ नूं हाजम करने वास्ते किहड़ा एंजाइम हुंदा गा, तां ये हुंदा भाई अपना दो हुंदे आ अपने शरीर दे विच, एक पैप्सिन एक रेनिन। जिहड़ा रेनिन हुंदा गा ये दुੱਧ नूं पचाउण वास्ते हैल्प करदा, जे पुछदे प्रोटीन नूं पचाउण वास्ते किहड़ा हैल्प करदा, उहनूं करदा पैप्सिन। ये गल याद रखना, प्रोटीन नूं पचाउण वास्ते पैप्सिन ते दुੱਧ नूं पचाउण वास्ते रेनिन। ठीक है, ये बहुत इंपॉर्टेंट आ भाई। तो स्वरूप दसदा मनुख के शरीर में हाँ एक ऑपरेशन होर पूछा जाता है, मनुख के शरीर में पाचन क्रिया कित्थों शुरू होंदी है। पाचन क्रिया कित्थों शुरू होंदी है मनुख के शरीर में, ये मूँह तो ही शुरू हो जाती है। गल याद रखनी, मूँह के अपनी लार होंदी है। ठीक है, लार तो ही मतलब अगे खाना हाजम हो ही जाता अपने। ठीक है, तो ये लार का नाम भी कई बार पूछना, जो अपने मूँह के लार होंदी है उन्होंने की कहते हैं, उन्होंने कहते हैं टाइलन। जो अपने मूँह के लार होंदी है उन्होंने आप कहते टाइलन, जितों भोजन पचाउणा शुरू हो जाता है शुरू के ही। ठीक है, इस तो बाद जिहड़ी अपनी पाचन नाली हुंदी है। ठीक है, पाचन नली हुंदी है जिहड़ी अपने, ये लगभग कितने फुट लंबी हुंदी है पाचन नली अपनी, तो भाई ये अपनी फुट हुंदी है 32 फुट। ठीक है, जिहड़ी अपनी पाचन नाली हुंदी है ये 32 फुट लंबी हुंदी है। ये गल याद रखनी है। ठीक है, बहुत इंपॉर्टेंट ऑपरेशन है भाई, पेपर दे विच इह चीज़ां पुछियां जा सकदियां ने। ठीक है, इस तो बाद एक ऑपरेशन होर पाया जाता हुंदा, वो की पाया जाता है पीस मेकर। पीस मेकर का संबंध किस नाल है, पीस मेकर, तो पीस मेकर का संबंध स्टड नाल हुंदा भाई। तो स्टड आपां कित्थे पाउणे आ, दिल दी धड़कन दे विच। बस पीस मेकर किते भी आ गया तो वह नाम है दिल की धड़कन नाल संबंधित है। ये गल याद रखियो। ठीक है, कहते जो प्रोटीन होंगे अपने शरीर के चले तो छड्डो, तो होर कोई नवा ताज़ा ऑपरेशन, हाँ एक ऑपरेशन आ सकता होंगे जो अपने खून का शुद्धिकरण होंगे, कित्थे होंदा गा, ये अपना होंगे किडनियां दे विच। ठीक है, अपने खून को शुद्ध कौन कर देंगे, किडनियां कर देंगे। किडनियां कितनियां होंगे, दो होंगे, ये भी तुहानूं करवाया होया मैं। ठीक है, तो ये गल याद रखनी है। पीएच मान भी तुहानूं दसता, अपने दिल के चैंबर किन्ने होंगे, 4 होंगे, ये भी तुहानूं दसता। हाँ, 1 मिनट के दिल कितनी बार धड़कदा गा, 1 मिनट के दिल भाई 72 बार धड़कदा अपना। ये गल याद रखनी है। ठीक है, तो जे पुछना नवे नवे जन्मे बच्चे का दिल 1 मिनट किन्ने बजे धड़कदा होंदा, धड़कदा 140 तो लैके 150 मिनट के विच। ठीक है, 150 भी आंसर सही होगा। तो ये भी कहते एक धड़कन जिवें अपना दिल धड़कदा, दूसरी बार धड़कन वास्ते किन्ने सैकेंड का समा लगता, जिवें अपना दिल 1 बजे धड़कदा। ठीक है, तो दोबारे धड़कदा वो वास्ते किन्ने समय का फर्क पैंदा, 0.8 सैकेंड का समा लगता है दोबारे दिल धड़कन से। ये गल याद रखनी है तुसीं। ठीक है, तो
ਹੋਰ ਕੋਈ ਆਪਰੇਸ਼ਨ ਜਿਹੜਾ ਮੇਨ ਹੋਵੇ, RBC ਤੁਹਾਨੂੰ ਕਰਵਾਏ ਹੋਏ ਆ, ਠੀਕ ਹੈ, ਇਹ RBC ਦਾ ਕੋਈ ਚੱਕਰ ਨਹੀਂ, ਬਲੱਡ ਗਰੁੱਪ ਵੀ ਤੁਹਾਨੂੰ ਕਰਵਾਏ ਹੋਇਆ, ਹੀਮੋਗਲੋਬਨ ਵੀ ਤੁਹਾਨੂੰ ਕਰਵਾਤਾ, ਠੀਕ ਹੈ। ਹਾਂ, ਇੱਕ ਮਨੁੱਖ ਦਾ ਟੈਂਪਰੇਚਰ ਬਲੱਡ ਪ੍ਰੈਸ਼ਰ ਕਿੰਨਾ ਹੁੰਦਾ ਨੋਰਮਲ, ਤਾਂ ਜੇ ਪੁੱਛਣਾ ਨੋਰਮਲ ਬਲੱਡ ਪ੍ਰੈਸ਼ਰ ਕਿੰਨਾ ਹੁੰਦਾ 120 ਤੇ 80, ਠੀਕ ਹੈ, 120 ਤੇ 80। ਜੇ ਪੁੱਛਣਾ ਬਲੱਡ ਗਰੁੱਪ ਨਾ ਬਲੱਡ ਪ੍ਰੈਸ਼ਰ ਕੀ ਨੋਰਮਲ ਬਲੱਡ ਪ੍ਰੈਸ਼ਰ ਕਿੰਨਾ ਹੁੰਦਾ, ਇੰਨਾ ਹੁੰਦਾ। ਜੇ ਆਪਣਾ ਬਲੱਡ ਪ੍ਰੈਸ਼ਰ ਵੱਧ ਜੇ ਫਿਰ ਕਿੰਨਾ ਹੋਊਗਾ, ਫਿਰ ਹੋਊਗਾ 150 ਤੋਂ 110 ਵੀ ਹੋ ਸਕਦਾ ਥੱਲੇ, ਤੇ 90 ਵੀ ਹੋ ਸਕਦਾ। ਜੇ ਘੱਟ ਜੇ ਤਾਂ 60 ਤੋਂ 30 ਹੋਊਗਾ। ਘਟਿਆ ਬਲੱਡ ਗਰੁੱਪ ਇਹ ਹੁੰਦਾ, ਵਧਿਆ ਬਲੱਡ ਗਰੁੱਪ ਇਹ ਹੁੰਦਾ। ਇੱਥੇ ਤੁਸੀਂ ਐਂ ਵੀ ਕਰ ਸਕਦੇ ਹੋ 160/95 ਵੀ ਕਰ ਸਕਦੇ ਹੋ, 160/95 ਲਾ ਲਓ। ਵਧਿਆ ਤਾਂ ਆਹ ਹੁੰਦਾ, ਨੋਰਮਲ ਆਹ ਹੁੰਦਾ, ਅਤੇ ਘਟਿਆ ਆਹ ਹੁੰਦਾ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਅਤੇ 72 ਬਾਈ ਧੜਕਦਾ ਗਾ, ਠੀਕ ਹੈ, ਇਹ ਚੀਜ਼ ਵੀ ਤੁਹਾਨੂੰ ਕਰਵਾਤੀ ਸੀ ਭਾਈ। ਅਤੇ RBC ਬਾਰੇ ਵੀ ਸਾਰੀਆਂ ਚੀਜ਼ਾਂ ਕਲੀਅਰ ਹੋ ਗਈਆਂ, ਆਪਣੇ WBC ਬਾਰੇ ਵੀ ਸਾਰੀਆਂ ਕਲੀਅਰ ਹੋ ਗਈਆਂ। ਅਤੇ ਮਨੁੱਖ 1 ਮਿੰਟ ਦੇ ਵਿੱਚ ਕਿੰਨੀ ਵਾਰੀ ਸਾਹ ਲੈਂਦਾ ਹੈ? 1 ਮਿੰਟ ਵਿੱਚ ਮਨੁੱਖ ਕਿੰਨੇ ਵਾਰ ਸਾਹ ਲੈਂਦਾ ਹੈ? ਤਾਂ ਇਹ ਲੈਂਦਾ ਵੀ ਮਨੁੱਖ 16 ਤੋਂ 18 ਵਾਰ 1 ਮਿੰਟ ਦੇ ਵਿੱਚ ਕੀ ਲੈਂਦਾ ਗਾ, ਸਾਹ ਲੈਂਦਾ ਮਨੁੱਖ। ਇਹ ਗੱਲ ਯਾਦ ਰੱਖਣੀ ਹੈ, ਠੀਕ ਹੈ। ਅਤੇ ਔਰਤ ਦਾ ਗਰਭਕਾਲ ਕਿੰਨੇ ਟਾਈਮ ਨਾਲ ਕਿੰਨੇ ਟਾਈਮ ਦੇ ਵਿੱਚ ਔਰਤ ਬੱਚੇ ਨੂੰ ਜਨਮ ਦਿੰਦੀ ਹੈ? ਤਾਂ ਇਹ ਹੁੰਦਾ 9 ਮਹੀਨੇ, ਠੀਕ ਹੈ ਜੀ। ਬਾਕੀ ਤੁਹਾਨੂੰ ਸਾਰਾ ਕੁਛ ਕਰਵਾਇਆ ਹੋਇਆ ਮੈਂ, ਠੀਕ ਹੈ, ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ। ਅਤੇ ਇੱਕ ਇਹ ਆ ਜਾਂਦਾ ਪੇਪਰ ਦੇ ਵਿੱਚ, ਜਿਹੜੀ ਪਿਊਟਰੀ ਗ੍ਰੰਥੀ ਹੁੰਦੀ ਹੈ, ਕਹਿੰਦੇ ਪਿਊਟਰੀ ਗ੍ਰੰਥੀ ਇਹ ਆਪਣੇ ਸਰੀਰ ਦੇ ਵਿੱਚ ਕਿੱਥੇ ਸਥਿਤ ਹੁੰਦੀ ਹੈ, ਠੀਕ ਹੈ। ਜਿਹੜੀ ਪਿਊਟਰੀ ਗ੍ਰੰਥੀ ਹੈ, ਕਹਿੰਦੇ ਇਹ ਆਪਣੇ ਸਰੀਰ ਦੇ ਵਿੱਚ ਕਿੱਥੇ ਸਥਿਤ ਹੁੰਦੀ ਹੈ? ਤਾਂ ਇਹ ਬਈ ਆਪਣੇ ਸਰੀਰ ਦੇ ਵਿੱਚ ਸਥਿਤ ਹੁੰਦੀ ਹੈ ਮੱਥੇ ਦੇ ਵਿੱਚ, ਮਸਤਕ, ਦਿਮਾਗ ਦੇ ਵਿੱਚ। ਇਹ ਗੱਲ ਯਾਦ ਰੱਖਣੀ ਹੈ, ਠੀਕ ਹੈ, ਪਿਊਟਰੀ ਗ੍ਰੰਥੀ। ਅਤੇ ਇਹਨੂੰ ਮਾਸਟਰ ਗਲੈਂਡ ਵੀ ਕਹਿ ਦਿੰਦੇ ਆ, ਇਹ ਵੀ ਗੱਲ ਯਾਦ ਰੱਖਣੀ ਆਪਣੇ ਸਰੀਰ ਦੇ ਵਿੱਚ। ਇਹਨੂੰ ਵਾਧੇ ਦਾ ਹਾਰਮੋਨ ਵੀ ਇਸ ਨੂੰ ਕਹਿ ਦਿੰਦੇ ਆ, ਠੀਕ ਹੈ। ਇਹ ਮੇਰੇ ਮੂੰਹ ਜ਼ਬਾਨੀ ਜ਼ਿਆਦਾ ਜਿਹੜੇ ਮੈਂ ਸਿਰਫ ਉਹੀ ਕਰਵਾ ਰਿਹਾ ਭਾਈ, ਠੀਕ ਹੈ। ਅਤੇ ਇਹਦੇ ਵਿੱਚ ਆਪਰੇਸ਼ਨ 100% ਹੀ ਬਣ ਜਾਊਗਾ, ਕੋਈ ਚੱਕਰ ਵਾਲੀ ਗੱਲ ਨਹੀਂ, ਠੀਕ ਹੈ। ਅਤੇ ਹੋਰ ਕੋਈ ਚੀਜ਼ ਬਚੀ ਹੋਵੇ, ਹਾਂ ਸੱਚ ਆਪਣੇ ਉਹਦਾ ਦਿਮਾਗ ਦਾ ਕਿੰਨਾ ਭਾਰ ਹੁੰਦਾ ਗਾ, ਠੀਕ ਹੈ। ਆਪਣੇ ਜਿਹੜੇ ਸਰੀਰ ਦੇ ਦਿਮਾਗ ਹੁੰਦਾ, ਇਹ ਤੁਹਾਨੂੰ ਵੈਸੇ ਤਾਂ ਮੈਂ ਕਰਵਾਇਆ ਹੈ। ਦਿਮਾਗ ਦਾ ਜਿਹੜਾ ਦਿਮਾਗ ਹੁੰਦਾ ਆਪਣੇ ਸਰੀਰ ਦਾ 2% ਐਨਰਜੀ ਇਹ ਸਾਰੇ ਦਿਨ ਦੀ ਆਪਣੀ ਖਿੱਚ ਲੈਂਦਾ ਗਾ, ਠੀਕ ਹੈ। ਜਿੰਨਾ ਆਪਾਂ ਸਾਰੇ ਦਿਨ ਦੇ ਵਿੱਚ ਕੰਮ ਕਰਦੇ ਉਹਦਾ 2% ਐਨਰਜੀ ਕਿਹਦੀ 'ਤੇ ਵੇਸਟ ਜਾਂਦੀ ਹੈ? ਆਪਣੀ ਦਿਮਾਗ 'ਤੇ ਬੈਸਟ ਜਾਂਦੀ ਹੈ। ਇਹ ਗੱਲ ਯਾਦ ਰੱਖਣੀ ਹੈ। ਅਤੇ ਇਹਦਾ ਦਿਮਾਗ ਦਾ ਭਾਰ ਕਿੰਨਾ ਹੁੰਦਾ? 1350 ਗ੍ਰਾਮ ਭਾਰ ਹੁੰਦਾ ਦਿਮਾਗ ਦਾ। ਇਹ ਗੱਲ ਵੀ ਯਾਦ ਰੱਖਣੀ ਹੈ, ਠੀਕ ਹੈ। ਬਹੁਤ ਇੰਪੋਰਟੈਂਟ ਆਪਰੇਸ਼ਨ ਹੈ। ਅਤੇ ਆਪਣੇ ਮਨੁੱਖੀ ਸਰੀਰ ਦਾ ਨੋਰਮਲ ਟੈਂਪਰੇਚਰ ਕਿੰਨਾ ਹੁੰਦਾ? 98.0 ਸੈਂਟੀਗ੍ਰੇਡ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ, ਜਿਹੜਾ ਸੈਂਟੀਗ੍ਰੇਡ ਦੇ ਵਿੱਚ। ਜੇ ਫਾਰਨਾਹੀਟ ਦੇ ਵਿੱਚ ਪੁੱਛ ਲਿਆ ਤਾਂ ਫਿਰ ਆਪਣੇ ਸਰੀਰ ਦਾ ਤਾਪਮਾਨ ਹੈਗਾ 37 ਸੈਂਟੀਗ੍ਰੇਡ ਨੋਰਮਲ ਟੈਂਪਰੇਚਰ। ਫਾਰਨਾਹੀਟ ਦੇ ਵਿੱਚ ਤਾਂ ਇੰਨਾ ਹੁੰਦਾ, ਸੈਂਟੀਗ੍ਰੇਡ ਦੇ ਵਿੱਚ 98.4 ਹੁੰਦਾ। ਇਹ ਗੱਲ ਯਾਦ ਰੱਖਣੀ ਹੈ। ਅਤੇ ਇੱਕ ਜਦੋਂ ਵੀ ਬੰਦਾ ਅੱਖ ਦਾਨ ਕਰਦਾ ਗਾ, ਤਾਂ ਉਹ ਆਪਣੀ ਅੱਖ ਦਾ ਕਿਹੜਾ ਹਿੱਸਾ ਦਿੰਦਾ ਗਾ? ਜਦੋਂ ਵੀ ਕੋਈ ਬੰਦਾ ਕੀ ਕਰਦਾ, ਨੇਤਰ ਦਾਨ ਕਰਦਾ ਗਾ, ਉਹ ਆਪਣੀ ਅੱਖ ਦਾ ਕਿਹੜਾ ਹਿੱਸਾ ਦਿੰਦਾ ਦਾਨ ਕਰਨ ਵਾਸਤੇ? ਕੋਰਨੀਆ। ਇਹ ਗੱਲ ਯਾਦ ਰੱਖਣੀ ਹੈ, ਕਿਹੜਾ ਹਿੱਸਾ ਦਿੰਦਾ? ਕੋਰਨੀਆ ਦਿੰਦਾ ਗਾ। ਇਸ ਤੋਂ ਬਾਅਦ ਬਸ ਇਹੀ ਆਪਰੇਸ਼ਨ ਸੀ ਮੇਨ। ਹੋਰ ਮੇਰੇ ਹਿਸਾਬ ਤੋਂ ਕੋਈ ਬਚਿਆ ਨਹੀਂ ਹੋਣਾ, ਠੀਕ ਹੈ। ਅਤੇ ਸਾਰਾ ਕੁਛ ਕਰਵਾਤਾ, ਕਿਹੜੇ ਉਹਦੇ ਨਾਲ ਮਿਲਦੀ ਹੈ, ਠੀਕ ਹੈ। ਅਤੇ ਸੱਚ ਵਿਟਾਮਿਨਾਂ ਦੇ ਨਾਂ ਤੁਹਾਨੂੰ ਕਰਵਾਏ ਹੋਏ ਆ, ਵਿਟਾਮਿਨ ਦੇ ਨਾਂ ਭਾਈ ਯਾਦ ਕਰ ਲਿਓ, ਠੀਕ ਹੈ। ਇਹ ਤੋਂ ਲੈ ਕੇ ਸਾਰੇ ਜਿੰਨੇ ਵੀ ਹੈਗੇ 6-7 ਸਾਰੇ ਕਰਵਾਏ ਹੋਏ, ਥਾਇਮਿਨ, ਰੈਡੀਨਿਨ, ਕੈਲਸੀਫਰੋਲ, ਠੀਕ ਹੈ, ਟੋਕੋਫਿਲੋ, ਫੋਲਿਕ ਐਸਿਡ, ਠੀਕ ਹੈ, ਸਾਰਾ ਕੁਛ ਕਰਵਾਇਆ ਹੋਇਆ। ਅਤੇ ਉਹ ਆਪਦਾ ਕਰ ਲਿਓ, ਠੀਕ ਹੈ। ਅਤੇ ਬਸ ਇਹੀ ਗੱਲ ਕਰਨੀ ਸੀ। ਅਤੇ ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਸਦੇ ਰਹੋ ਭਾਈ।